ਟੋਰਾਂਟੋ ਦੇ ਵਿੱਚ ਕਿਰਾਏ ਦੀਆਂ ਕੀਮਤਾਂ ਘੱਟ ਹੋਈਆਂ ਹਨ। 2019 ਤੋਂ ਲੈ ਕੇ ਹੁਣ ਤੱਕ ਕਿਰਾਏ ਦੀਆਂ ਕੀਮਤਾਂ 27% ਹੇਠਾਂ ਆਈਆਂ। ਜੀ ਹਾਂ, ਡਾਊਨਟਾਊਨ ਕੌਂਡੋ ਯੂਨਿਟ ਜਿਹੜੇ ਕਿ 300 ਸਕੁਆਇਰ ਫੁੱਟ ਹਨ, ਜਿਨ੍ਹਾਂ ਨੂੰ ਮਾਈਕਰੋ ਕੌਂਡੋ ਯੂਨਿਟਸ ਵੀ ਕਿਹਾ ਜਾਂਦਾ ਹੈ, ਉਹਨਾਂ ਦਾ ਕਿਰਾਇਆ 27% ਦੇ ਨਾਲ ਘੱਟ ਹੋਇਆ ਹੈ। ਇਹ ਗਿਰਾਵਟ ਜਨਵਰੀ 2019 ਤੋਂ ਲੈ ਕੇ ਹੁਣ ਤੱਕ ਦੇਖਣ ਦੇ ਵਿੱਚ ਆਈ ਹੈ। ਇਹ ਜਾਣਕਾਰੀ torontoretails.com ਅਤੇ ਬੁਲੇਟਿਨ ਰਿਸਰਚ ਤੋਂ ਪਤਾ ਚੱਲੀ ਹੈ। ਦੱਸਿਏ ਕਿ ਪੈਂਡੈਮਿਕ ਦੇ ਦੌਰਾਨ ਘਰ ਖਰੀਦਣ ਵਾਲੇ ਅਤੇ ਕਿਰਾਏਦਾਰ ਜ਼ਿਆਦਾ ਸਪੇਸਿਸ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਸਮਾਲਰ ਯੂਨਿਟ ਸਾਈਜ਼ ਦੀਆਂ ਕੀਮਤਾਂ ਘੱਟ ਹੋਈਆਂ। 300 ਸਕੁਆਇਰ ਫੁੱਟ ਮਾਈਕਰੋ ਕੌਂਡੋ ਯੂਨਿਟ ਦੀ ਕੀਮਤ ਪਰ ਸਕੁਆਇਰ ਫੁੱਟ ਦੇ ਹਿਸਾਬ ਦੇ ਨਾਲ $5.94 ਸੀ। ਦੱਸਿਏ ਕਿ ਜਨਵਰੀ 2019 ਦੌਰਾਨ ਦੀ ਕੀਮਤ ਹੈ। ਫਰਵਰੀ 2021 ਦੇ ਦੌਰਾਨ ਇਸ ਦੇ ਐਵਰੇਜ ਪ੍ਰਾਈਸਿਸ ਦੇ ਵਿੱਚ ਗਿਰਾਵਟ ਦੇਖੀ ਗਈ, ਜੋ ਕਿ $4.31 ਸੀ, ਜਿਸ ਦਾ ਮਤਲਬ ਹੈ ਕਿ ਇਸ ਦੇ ਵਿੱਚ 27% ਦੀ ਗਿਰਾਵਟ ਦੇਖੀ ਗਈ ਹੈ। ਟੋਰਾਂਟੋ ਦੀ ਰੈਂਟਲ ਮਾਰਕੀਟ ਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੇ ਐਵਰੇਜ ਪ੍ਰਾਈਸ ਨੇ ਉਹਨਾਂ ਦੇ ਵਿੱਚ 20% ਘਾਟਾ ਹੋਇਆ, ਜਾਣੀ ਕਿ ਉਹ $2,000 ਦੇ ਉੱਪਰ ਆ ਗਏ। ਇਸ ਦੇ ਵਿੱਚ ਦੋਨੋਂ ਰੈਂਟਲ ਕੌਂਡੋਜ਼ ਅਤੇ ਅਪਾਰਟਮੈਂਟ ਸ਼ਾਮਲ ਹਨ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਔਰਤ ਵੱਲੋਂ ਆਪਣੀ ਦੋਸਤ ਦੀ ਮਦਦ ਕੀਤੀ ਜਾ ਰਹੀ ਸੀ, ਪਰ ਇਸ ਔਰਤ ਨੂੰ ਮਦਦ ਕਰਨੀ ਇੰਨੀ ਮਹਿੰਗੀ ਪਈ ਕਿ ਉਸ ਦੇ ਗੋਲੀ ਲੱਗ ਗਈ। ਦਰਅਸਲ ਇਸ ਦੋਸਤ ਦੇ ਦਿਮਾਗ ਦਾ ਸੰਤੁਲਨ ਠੀਕ ਨਹੀਂ ਸੀ। ਨਨਾਇਮੋ ਦੀ ਰਹਿਣ ਵਾਲੀ ਇਹ ਔਰਤ ਉਸ ਦੀ ਮਦਦ ਕਰ ਰਹੀ ਸੀ। ਇਸ ਔਰਤ ਦਾ ਨਾਮ ਰਜੀਨਾ ਦੱਸਿਆ ਗਿਆ। ਇਸ ਦੇ ਵਾਸਤੇ ਹੁਣ ਗੋ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵੱਲੋਂ ਫੰਡਰੇਜ਼ਰ ਚਲਾਇਆ ਗਿਆ। ਉਸ ਵੱਲੋਂ ਦੱਸਿਆ ਗਿਆ ਕਿ ਇਸ ਔਰਤ ਦੀ ਰੂਮਮੇਟ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਔਰਤ ਵੱਲੋਂ ਆਪਣੀ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੌਰਾਨ ਜੋ ਗੋਲੀ ਚੱਲੀ ਉਹ ਗਨ ਸ਼ਾਟ ਜਾ ਕੇ ਔਰਤ ਨੂੰ ਲੱਗੀ। ਇਹ ਗੋਲੀ ਔਰਤ ਦੇ ਹੱਥ ਅਤੇ ਉਸਦੇ ਚਿਹਰੇ ਦੇ ਉੱਪਰ ਲੱਗੀ। ਇਸ ਔਰਤ ਦੇ ਪਾਰਟਨਰ ਵੱਲੋਂ ਇਸ ਮੌਕੇ ਦੇ ਉੱਪਰ ਆਪਣੇ ਦਰਦ ਨੂੰ ਬਿਆਨ ਕੀਤਾ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਪਲ ਦੇ ਲਈ ਤਾਂ ਉਹਨਾਂ ਨੂੰ ਇੰਜ ਲੱਗਿਆ ਕਿ ਉਹਨਾਂ ਦਾ ਸਾਥੀ ਹਮੇਸ਼ਾ ਦੇ ਲਈ ਉਹਨਾਂ ਤੋਂ ਖੋ ਜਾਵੇਗਾ। ਪਰ ਦੱਸ ਦਈਏ ਕਿ ਇਹ ਔਰਤ ਇਸ ਸਮੇਂ ਹਸਪਤਾਲ ਦੇ ਵਿੱਚ ਹੈ, ਵੈਂਕੂਵਰ ਹਸਪੀਟਲ ਦੇ ਵਿੱਚ ਹੈ, ਜਿੱਥੇ ਉਸ ਦੀ ਸਰਜਰੀ ਕੀਤੀ ਜਾ ਰਹੀ ਹੈ ਤਾਂ ਕਿ ਉਸ ਦੀ ਸੱਜੀ ਅੱਖ ਅਤੇ ਅੰਗੂਠੇ ਨੂੰ ਠੀਕ ਕੀਤਾ ਜਾ ਸਕੇ। ਜੀ ਹਾਂ, ਇਸ ਔਰਤ ਦੀ ਸੱਜੀ ਅੱਖ ਅਤੇ ਅੰਗੂਠੇ ਦੇ ਉੱਪਰ ਗੋਲੀ ਲੱਗੀ ਹੈ। ਇਹ ਔਰਤ ਕਾਫੀ ਜ਼ਿਆਦਾ ਦਰਦ ਦੇ ਵਿੱਚ ਹੈ, ਜੋ ਇਸ ਸਮੇਂ ਹਸਪਤਾਲ ਦੇ ਵਿੱਚ ਹੈ। ਸਮੇਂ-ਸਮੇਂ ਦੇ ਉੱਪਰ ਉਸਦੇ ਪਾਰਟਨਰ ਦੇ ਵੱਲੋਂ ਵੀ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਦੱਸਿਏ ਕਿ ਜੋ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ ਗਈ ਹੈ ਉਹ $4,000 ਦੇ ਨੇੜੇ ਪਹੁੰਚ ਗਿਆ। ਇਸ ਦੀ ਪਲ-ਪਲ ਦੀ ਜਾਣਕਾਰੀ ਆਨਲਾਈਨ ਤੁਸੀਂ ਦੇਖ ਸਕਦੇ ਹੋ। ਡੈਨੀਅਲ ਨਾਮ ਦੇ ਵਿਅਕਤੀ ਵੱਲੋਂ ਆਟੋ ਇੰਸ਼ੋਰੈਂਸ ਦੇ ਨਾਮ ਹੇਠ ਫਰਾਡ ਕੀਤਾ ਜਾ ਰਿਹਾ ਸੀ। ਡੈਨੀਅਲ ਐਗਜ਼ਲ ਇੰਸ਼ੋਰੈਂਸ ਦਾ ਸਾਬਕਾ ਕਰਮਚਾਰੀ ਹੈ। ਜੋ ਫਰਾਡ ਉਸ ਵੱਲੋਂ ਕੀਤਾ ਗਿਆ, ਉਸ ਦੇ ਚੱਲਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਉਮਰ 35 ਸਾਲ ਦੱਸੀ ਗਈ ਹੈ। ਓਨਟਾਰੀਓ ਦੇ ਐਗਜ਼ਲ ਇੰਸ਼ੋਰੈਂਸ ਦੇ ਸਾਬਕਾ ਕਰਮਚਾਰੀ ਡੈਨੀਅਲ ਨੂੰ ਫਰਾਡ ਕਰਨ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਇਸ ਵੱਲੋਂ 20 ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਪੀਲ ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਡੈਨੀਅਲ ਵੱਲੋਂ 20 ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਜਿਹੜੇ ਇਸ ਮਾਮਲੇ ਦੇ ਵਿੱਚ 20 ਵਿਕਟਮ ਪਾਏ ਗਏ, ਉਹਨਾਂ ਵੱਲੋਂ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਕਿਵੇਂ ਡੈਨੀਅਲ ਨੇ ਉਹਨਾਂ ਤੋਂ ਪੈਸੇ ਲਏ, ਪਰ ਉਹਨਾਂ ਨੂੰ ਸਹੀ ਕਵਰੇਜ ਦੇ ਬਿਨਾਂ ਹੀ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਜੋ ਹੋਰ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਦੱਸ ਦਈਏ ਕਿ ਇਹਨਾਂ ਦੋਸ਼ਾਂ ਨੂੰ ਅਦਾਲਤ ਦੇ ਵਿੱਚ ਅਜੇ ਸਾਬਤ ਨਹੀਂ ਕੀਤਾ ਗਿਆ। ਅਦਾਲਤ ਦੇ ਵਿੱਚ ਇਹਨਾਂ ਨੂੰ ਸਾਬਤ ਕੀਤਾ ਜਾਣਾ ਅਜੇ ਬਾਕੀ ਹੈ, ਪਰ ਅਜੇ ਇੰਨੀ ਹੀ ਅਪਡੇਟ ਸਾਹਮਣੇ ਆਈ ਹੈ ਕਿ ਆਟੋ ਇੰਸ਼ੋਰੈਂਸ ਦੇ ਨਾਮ ਦੇ ਤਹਿਤ ਜਿਸ ਵੱਲੋਂ ਫਰਾਡ ਕੀਤਾ ਜਾ ਰਿਹਾ ਸੀ, ਜਾਣੀ ਕਿ ਡੈਨੀਅਲ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਦੇ ਵਿੱਚ 13 ਕਿਲੋ ਹੈਰੋਇਨ ਦੇ ਸਮਗਲਿੰਗ ਦੇ ਦੋਸ਼ ਦੇ ਵਿੱਚ ਸਰੀ ਦੇ ਵਿਅਕਤੀ ਨੂੰ ਗਿਲਟੀ ਨਹੀਂ ਪਾਇਆ ਗਿਆ। ਜੀ ਹਾਂ, ਇਸ ਵਿਅਕਤੀ ਦੇ ਉੱਪਰ ਦੋਸ਼ ਸਨ ਕਿ ਉਹ ਬਾਰਡਰ ਦੇ ਰਾਹੀਂ ਹਾਈ ਗ੍ਰੇਡ ਹੈਰੋਇਨ ਕੈਨੇਡਾ ਦੇ ਵਿੱਚ ਸਮਗਲ ਕਰ ਰਿਹਾ ਹੈ। ਅਗਸਤ 18, 2017 ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਗਿਲਟੀ ਨਹੀਂ ਪਾਇਆ ਗਿਆ। ਇਹ ਵਿਅਕਤੀ ਸਰੀ ਦਾ ਰਹਿਣ ਵਾਲਾ ਹੈ ਤੇ ਇਸ ਦਾ ਨਾਮ ਗੁਰਪ੍ਰੀਤ ਸਿੰਘ ਮੰਡ ਹੈ। ਗੁਰਪ੍ਰੀਤ ਸਿੰਘ ਮੰਡ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਨਸ਼ਾ ਉਸਦੇ ਬੈਗ ਦੇ ਵਿੱਚ, ਜਾਣੀ ਕਿ ਉਸਦੀ ਕਾਰ ਦੇ ਵਿੱਚ ਕਿਵੇਂ ਆਇਆ, ਉਸ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਇਹ ਨਸ਼ਾ, ਜਾਣੀ ਕਿ ਹੈਰੋਇਨ, ਫੜੀ ਗਈ ਸੀ। ਇਹ ਵਿਅਕਤੀ ਕਾਰ ਦੇ ਵਿੱਚ ਜਾ ਰਿਹਾ ਸੀ। ਇਸ ਦੇ ਕੋਲ ਇੱਕ ਸੂਟਕੇਸ ਸੀ, ਇੱਕ ਟਰੰਕ ਸੀ, ਜਿਸ ਦੇ ਵਿੱਚੋਂ ਨਸ਼ੇ ਨੂੰ ਬਰਾਮਦ ਕੀਤਾ ਗਿਆ।
ਕਿਉਂਕਿ ਇਹ ਵਿਅਕਤੀ ਅਦਾਲਤ ਦੇ ਵਿੱਚ ਗਿਲਟੀ ਨਹੀਂ ਪਾਇਆ ਗਿਆ। ਇਸ ਦੇ ਬਾਰੇ ਵਿੱਚ ਜਸਟਿਸ ਮੀਨਾ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ। ਮੀਨਾ ਦਾ ਕਹਿਣਾ ਹੈ ਕਿ ਉਹ ਇਹ ਪੂਰੀ ਤਰ੍ਹਾਂ ਨਹੀਂ ਮੰਨਦੀ ਕਿ ਇਸ ਵਿਅਕਤੀ ਨੂੰ ਨਸ਼ੇ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ, ਪਰ ਜੋ ਵੀ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਹੋਈ ਹੈ ਉਸ ਤੋਂ ਬਾਅਦ ਅਤੇ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹੀ ਪਤਾ ਚੱਲਦਾ ਹੈ ਕਿ ਇਹ ਵਿਅਕਤੀ ਇਸ ਮਾਮਲੇ ਦੇ ਵਿੱਚ ਗਿਲਟੀ ਨਹੀਂ ਹੈ। ਦੱਸ ਦਈਏ ਕਿ ਮੰਡ ਨੂੰ ਹੈਰੋਇਨ ਦੀ ਤਸਕਰੀ ਅਤੇ ਇਸ ਨੂੰ ਇੰਪੋਰਟ ਕਰਨ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਸੀ। ਜੋ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਮੁਤਾਬਕ ਮੰਡ ਰਾਤ ਨੂੰ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਵੱਲੋਂ ਹੁੰਡਈ ਕਾਰ ਚਲਾਈ ਜਾ ਰਹੀ ਸੀ। ਜਦੋਂ ਉਸ ਦੀ ਕਾਰ ਦੇ ਵਿੱਚੋਂ ਟਰੰਕ ਮਿਲਿਆ ਜਿਸ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਤਾਂ ਉਸ ਵੇਲੇ ਗੁਰਪ੍ਰੀਤ ਸਿੰਘ ਮੰਡ ਨੇ ਦੱਸਿਆ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੀ ਕਾਰ ਦੇ ਵਿੱਚ ਨਸ਼ਾ ਕਿਵੇਂ ਆਇਆ, ਕਿਉਂਕਿ ਉਸ ਦੀ ਕਾਰ ਰਿਪੇਅਰ ਦੇ ਵਾਸਤੇ ਗਈ ਹੋਈ ਸੀ। ਫਿਰ ਇਸ ਮਾਮਲੇ ਦੇ ਉੱਪਰ ਪੂਰੀ ਪੁੱਛ ਪੜਤਾਲ ਕੀਤੀ ਗਈ, ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਕੋਰਟ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ। ਦੱਸੀਏ ਕਿ ਇਸ ਮੌਕੇ ਦੇ ਉੱਪਰ ਟਰੰਕ ਦੇ ਉੱਪਰ ਜਿਹੜਾ ਪਲਾਸਟਿਕ ਰੈਪ ਲੱਗਿਆ ਹੋਇਆ ਸੀ ਉਸ ਦੇ ਉੱਪਰ ਉਸਦੇ ਜਾਨੀ ਕਿ ਗੁਰਪ੍ਰੀਤ ਮੰਡ ਦੇ ਉਂਗਲੀਆਂ ਦੇ ਨਿਸ਼ਾਨ ਨਹੀਂ ਪਾਏ ਗਏ, ਉਸਦੇ ਫਿੰਗਰਪ੍ਰਿੰਟ ਮੈਚ ਨਹੀਂ ਹੋਏ ਅਤੇ ਨਾ ਹੀ ਫੋਰੈਂਸਿਕ ਐਵੀਡੈਂਸ ਕੋਈ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ, ਜਿਸ ਦੇ ਚੱਲਦਿਆਂ ਹੁਣ ਗੁਰਪ੍ਰੀਤ ਸਿੰਘ ਮੰਡ ਨੂੰ ਗਿਲਟੀ ਨਹੀਂ ਪਾਇਆ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।